ਸਤ ਸੰਗਤ ਮਿਲੈ ਵਡ ਭਾਗ, ਸਤ ਸੰਗਤ ਮਿਲੈ ਵਡ ਭਾਗ। ਸਤ ਸੰਗਤ ਮਿਲੈ ਵਡ ਭਾਗ, ਸਤ ਸੰਗਤ ਮਿਲੈ ਵਡ ਭਾਗ। ਤਾਹਰ ਰਸ ਆਵੈ ਜੀਉ, ਤਾਹਰ ਰਸ ਆਵੈ ਜੀਉ। 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 ਸਤ ਸੰਗਤ ਮਿਲੈ ਵਡ ਭਾਗ, ਸਤ ਸੰਗਤ ਮਿਲੈ ਵਡ ਭਾਗ। ਸਤ ਸੰਗਤ ਮਿਲੈ ਵਡ ਭਾਗ, ਸਤ ਸੰਗਤ ਮਿਲੈ ਵਡ ਭਾਗ। ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਜਿਨਾ ਨ ਵਿਸਰੈ ਨਾਮ ਸੇ ਕਿਨੇਹਿਆ। ਭੇਦ ਨ ਜਾਣੋ ਮੂਲ ਸਾਈਂ ਜਿਆ।
ਚੰਦਨ ਵਾਸ ਬਨਾਸ ਪਤ, ਸਭ ਚੰਦਨ ਹੋਵੈ। ਅਸਟ ਧਾਤ ਇਕ ਧਾਤ ਹੋਏ, ਸੰਗ ਪਾਰਸ ਢੋਵੈ। ਨਦੀਆਂ ਨਾਲੇ ਬਾਹੜੇ, ਮਿਲ ਗੰਗ ਗੰਗੋਵੈ। ਪਤਤ ਉਦਾਹਰਣ ਸਾਧ ਸੰਗ, ਪਾਪਾਂ ਮਲ ਧੋਵੈ। ਨਦੀਆਂ ਨਾਲੇ ਬਾਹੜੇ, ਮਿਲ ਗੰਗ ਗੰਗੋਵੈ। ਪਤਤ ਉਦਾਹਰਣ ਸਾਧ ਸੰਗ, ਪਾਪਾਂ ਮਲ ਧੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ। ਗੁਰੂ ਕਾ ਖਾਸ ਸਰੂਪ ਗੁਰੂ ਖਾਲਸਾ ਸਾਧ ਸੰਗਤ ਸਾਹਿਬ ਜੀ, ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਅਤਿਅੰਤ ਹੀ ਭਾਗਸ਼ਾਲੀ ਹਾਂ, ਜੋ ਦਸਾਂ ਸਤਿਗੁਰਾਂ ਦੇ ਆਤਮਿਕ ਗਿਆਨ ਸਰੂਪ ਚਾਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਸਰਬ ਜਗਤ ਦੇ ਉਧਾਰ ਕਰਤਾ, ਲੋਕ ਪਰਲੋਕ ਦੀਆਂ ਦਾਤਾਂ ਬਖਸ਼ਣ ਵਾਲੇ ਸਤਿਗੁਰੂ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੂਹਾਨੀ ਸੁੰਦਰ ਗੋਦ ਵਿੱਚ ਸੁਸ਼ੋਭਿਤ ਹੋ ਕੇ ਸਤਿਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਵਰੋਸਾਏ ਹੋਏ ਨਾਮ ਬਾਣੀ ਦੇ ਰਸੀਏ, ਪਰਮ ਪੁਰਸ਼ੋਤਮ ਸਰਬ ਗੁਣ ਸੰਪੰਨ ਸਰਬ ਗੁਣ ਲਾਇਕ, ਗੀਤ ਰਾਗ ਮਹਾਨ ਤਪਸਵੀ ਸ੍ਰੀਮਾਨ ਸੰਤ ਬਾਬਾ ਗੁਲਾਬ ਸਿੰਘ ਜੀ, ਉਹਨਾਂ ਸਤਿਪੁਰਸ਼ਾਂ ਦੀ ਸਾਲਾਨਾ ਜੋੜ ਮੇਲ ਵਰਸੀ ਦੇ ਸੰਬੰਧ ਵਿੱਚ ਆਪ ਜੀ ਬਹੁਤ ਆਦਰ ਸਤਿਕਾਰ ਪਿਆਰ ਸੰਜੋਗਤ ਸਤਿਗੁਰੂ ਜੀ ਦੀ ਗੋਦ ਦੇ ਅੰਦਰ ਸੁਸ਼ੋਭਿਤ ਹੋ ਕੇ ਉਹਨਾਂ ਮਹਾਂਪੁਰਖਾਂ ਦੀਆਂ ਕਰਨੀਆਂ ਨੂੰ, ਉਹਨਾਂ ਦੀ ਮਹਾਨ ਘਾਲਣਾ ਨੂੰ ਯਾਦ ਕਰ ਰਹੇ ਹਾਂ। ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਕੁਝ ਸਮਾਂ ਪਹਿਲਾਂ ਆਪ ਜੀ ਨੇ ਸ੍ਰੀ ਅਖੰਡ ਪਾਠ ਦੇ ਭੋਗ ਸਰਵਣ ਕੀਤੇ। ਉਸ ਤੋਂ ਉਪਰੰਤ ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਮਨੋਹਰ ਸ਼ਬਦ ਕੀਰਤਨ, ਜਿਨ੍ਹਾਂ ਸ਼ਬਦ ਕੀਰਤਨ ਦੇ ਅੰਦਰ ਆਪ ਜੀ ਨੇ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਸੰਬੰਧਿਤ ਸ਼ਬਦ ਸਰਵਣ ਕੀਤੇ ਹਨ। ਭਾਵੇਂ ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਸਮੇਂ ਸਾਡੇ ਬਹੁਤ ਹੀ ਅਦੀਬ ਸ੍ਰੀਮਾਨ ਸਤਿਕਾਰਯੋਗ ਗਿਆਨੀ ਦਲੇਰ ਸਿੰਘ ਜੀ ਆਪ ਜੀ ਨੂੰ
ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਦੇ ਨਾਲ ਜੋੜਦੇ ਹਨ। ਆਪ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਅਮੋਲਕ ਰਚਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ, ਜਿਨ੍ਹਾਂ ਨੂੰ ਵਾਰਾਂ ਕਰਕੇ ਆਖਿਆ ਜਾਂਦਾ। ਆਪ ਜੀ ਹਰ ਰੋਜ਼ ਭਾਈ ਗੁਰਦਾਸ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੀ ਕਥਾ ਆਪ ਦੀ ਸਰਵਣ ਕਰਕੇ ਲਾਹਾ ਲੈਂਦੇ ਹੋ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਹਨ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਸਹਿਨਸ਼ੀਲਤਾ ਦੀ ਹੱਦ, ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਸਾਰੀ ਰਿਸ਼ਤੇ ਦੇ ਵਿੱਚੋਂ ਮਾਮਾ ਜੀ ਦੇ ਥਾਂ ਤੇ ਹੋਣ ਦਾ ਮਾਣ ਪ੍ਰਾਪਤ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਲੋਰੀਆਂ ਬਾਣੀਆਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੂੰ ਗੁਰਮਤਿ ਦੇ ਵੇਦ ਵਿਆਸ ਕਿਹਾ ਜਾਂਦਾ ਹੈ, ਜਿਸ ਪ੍ਰਕਾਰ ਸਨਾਤਨ ਧਰਮ ਦੇ ਅੰਦਰ ਵੇਦ ਵਿਆਸ ਮਹਾਨ ਸ਼ਾਸਤਰਾਂ ਦੇ ਕਰਤੇ ਅਤੇ ਵਿਆਖਿਆਕਾਰ ਮੰਨੇ ਗਏ ਹਨ, ਜਿਸ ਪ੍ਰਕਾਰ ਮੁਸਲਮਾਨਾਂ ਦੇ ਵਿੱਚੋਂ ਮਹਾਨ ਐਸੇ ਹਮਾਮੇ ਆਜ਼ਮ, ਮਹਾਨ ਵੱਡੇ ਲੇਖਕ ਮੰਨੇ ਗਏ ਨੇ। ਈਸਾਈਆਂ ਦੇ ਵਿੱਚੋਂ ਵੀ ਸੇਂਟ ਪਾਲ ਨਾਮ ਦੇ ਉੱਘੇ ਰਾਈਟਰ ਹੋਏ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਸਿੱਖ ਧਰਮ ਦੇ ਵਿੱਚ ਇਹਨਾਂ ਦੇ ਨਾਲੋਂ ਮਹਾਨ ਵੱਡਾ ਰੁਤਬਾ ਰੱਖਦੇ ਹੈ। ਉਹਨਾਂ ਦੀ ਬਾਣੀ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਕੁੰਜੀ ਕਰਕੇ ਕਿਹਾ ਹੈ। ਇਤਿਹਾਸਕ ਬਚਨ ਹਨ ਜੋ ਭਾਈ ਗੁਰਦਾਸ ਵਖਾਣੀ ਗੁਰਬਾਣੀ ਦੀ ਕੁੰਜੀ ਬਾਣੀ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਨੂੰ ਸੁਣ ਕੇ ਪੜ੍ਹ ਕੇ ਗੁਰਮਤਿ ਗੁਰਸਿੱਖੀ ਦਾ ਗਿਆਨ ਪ੍ਰਾਪਤ ਹੁੰਦਾ, ਸਿੱਖੀ ਦੀ ਮਹਾਨਤਾ ਦਾ ਪਤਾ ਲੱਗਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਰੱਜ ਰੱਜ ਕੇ ਸਿੱਖ ਦੀ ਉਪਮਾ ਕੀਤੀ, ਗੁਰੂ ਦੀ ਉਪਮਾ ਕੀਤੀ, ਪਰਮਾਤਮਾ ਵਾਹਿਗੁਰੂ ਨਿਰੰਕਾਰ ਜੀ ਦੀ ਉਪਮਾ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੀ ਆਪ ਹਰ ਰੋਜ਼ ਕਥਾ ਸਰਵਣ ਕਰਦੇ ਹੋ। ਸ਼ਾਮ ਦੇ ਸਮੇਂ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ, ਜਿਸ ਨੂੰ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਜੀਵਨ ਇਤਿਹਾਸ ਲਿਖਿਆ ਹੈ। ਭਾਈ ਸਾਹਿਬ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਹੀ ਕਵੀ ਸੰਤੋਖ ਸਿੰਘ ਜੀ ਨੇ ਉਲੱਥਾ ਕੀਤਾ। ਭਾਈ ਸਾਹਿਬ ਭਾਈ ਬਾਲੇ ਵਾਲੀ ਜਨਮ ਸਾਖੀ ਉਹ ਮਹਾਨ ਹੈ ਜਿਹੜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਜੀ ਦੀ ਧਰਤੀ ਤੇ ਭਾਈ ਬਾਲਾ ਜੀ ਨੇ ਆਪ ਆਪਣੇ ਮੁਖਾਰ ਬਿੰਦ ਤੋਂ ਸਰਵਣ ਕਰਵਾਈ। ਭਾਈ ਪੈੜੇ ਮੌਕੇ ਗੁਰਸਿੱਖ ਨੇ ਲਿਖੀ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਚੌਂਕੜਾ ਮਾਰ ਕੇ ਸਮਾਧੀ ਉਪਸਥਿਤ ਹੋ ਕੇ
ਸਰਵਣ ਕਰਦੇ ਰਹੇ। ਉਹੀ ਜਨਮ ਸਾਖੀ ਆਪ ਜੀ ਗੁਰੂ ਕੇ ਇਤਿਹਾਸ ਦੇ ਰੂਪ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿਸ ਅਸਥਾਨ ਤੇ ਆਪਾਂ ਸੱਜ ਰਹੇ ਹਾਂ, ਇਹ ਅਸਥਾਨ ਸ੍ਰੀਮਾਨ ਸੰਤ ਬਾਬਾ ਗੁਲਾਬ ਸਿੰਘ ਜੀ, ਉਹਨਾਂ ਨੇ ਮਹਾਨ ਵੱਡੀ ਇਸ ਅਸਥਾਨ ਤੇ ਘਾਲਣਾ ਕੀਤੀ, ਬੰਦਗੀ ਕੀਤੀ, ਗੁਰਮਤ ਗੁਰਸਿੱਖੀ ਦਾ ਪ੍ਰਚਾਰ ਕੀਤਾ। ਇਹ ਅਸਥਾਨ ਵੀ ਬਹੁਤ ਵੱਡੀ ਮਹਾਨਤਾ ਵਾਲਾ ਹੈ। ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਬਹੁਤ ਕੀਮਤੀ ਬਚਨ ਲਿਖੇ ਨੇ। ਹਜ਼ੂਰ ਦੇ ਬਚਨ ਨੇ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰੇ ਬੈਠ ਜਾਂਦੇ ਨੇ, ਉਹ ਜਗ੍ਹਾ, ਉਹ ਥਾਨ ਸੁਹਾਵਣਾ ਬਣ ਜਾਂਦਾ। ਉਸ ਥਾਨ ਤੇ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਬੰਦਗੀ ਦਾ ਪ੍ਰਤਾਪ, ਪ੍ਰਭਾਵ ਤੇ ਅਸਰ ਸदैवी ਕਾਲ ਸੀ ਦੁਨੀਆ ਦੇ ਵਿੱਚ ਰਹਿੰਦਾ ਹੈ। ਸ੍ਰੀਮਾਨ ਸੰਤ ਬਾਬਾ ਗੁਲਾਬ ਸਿੰਘ ਜੀ ਮਹਾਂਪੁਰਸ਼, ਉਹਨਾਂ ਦੀ ਆਪ ਜੀ ਆਪਾਂ ਰਲ ਮਿਲ ਕੇ ਸਾਲਾਨਾ ਇਹ ਵਰਸੀ ਦੇ ਸੰਬੰਧ ਵਿੱਚ ਜੁੜ ਮਿਲ ਬੈਠ ਕੇ ਗੁਰੂ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਗੁਰੂ ਕੀ ਸੰਗਤ ਦੇ ਅੰਦਰ ਸੱਜ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਸਤ ਸੰਗਤ ਦੀ ਮਹਾਨ ਵੱਡੀ ਉਪਮਾ ਆਪਣੇ ਮੁਖਾਰ ਬਿੰਦ ਤੋਂ ਵਰਣਨ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਇਹ ਬਚਨ ਆਪਾਂ ਨੇ ਸਰਵਣ ਕੀਤੇ ਨੇ। ਚੰਦਨ ਵਾਸ ਵਿਨਾਸ਼ ਪਤ ਸਭ ਚੰਦਨ ਹੋਵੇ। ਸੰਗਤ ਦਾ ਪ੍ਰਭਾਵ, ਸੰਗਤ ਦਾ ਅਸਰ ਹਰ ਇੱਕ ਵਸਤੂ ਤੇ ਪੈਂਦਾ ਹੈ। ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ। ਸੰਗਤ ਆਪਣਾ ਅਸਰ ਤੇ ਪ੍ਰਭਾਵ ਜ਼ਰੂਰ ਛੱਡਦੀ ਹੈ। ਜੇ ਮਨੁੱਖ ਕੋਈ ਚੰਗੀ ਸੰਗਤ ਕਰਦਾ ਤਾਂ ਉਸ ਸੰਗਤ ਕਰਨ ਵਾਲੇ ਦਾ ਜੀਵਨ ਵੀ ਚੰਗਾ ਬਣ ਜਾਂਦਾ ਹੈ। ਇਸ ਨੂੰ ਕਿਸੇ ਮਹਾਨ ਵਿਦਵਾਨ ਕਵੀ ਨੇ ਬਚਨ ਲਿਖੇ ਨੇ ਕਿ ਮਨੁੱਖ ਦਾ ਜੀਵਨ ਇੱਕ ਵੇਲ ਵਰਗਾ ਹੈ। ਜਿਸ ਤਰ੍ਹਾਂ ਇੱਕ ਕੋਈ ਵੇਲ ਕਿਸੇ ਦਰਖਤ ਦੀ ਸੰਗਤ ਕਰ ਲਵੇ, ਦਰਖਤ ਦੀ ਸੰਗਤ ਕਰਦਿਆਂ ਉਹ ਬਹੁਤ ਉੱਚੀ ਚਲੀ ਜਾਂਦੀ ਹੈ। ਜੇ ਵੇਲ ਨੂੰ ਕਿਸੇ ਨੀਵੇਂ ਟੋਏ ਦੀ ਖੂਹ ਦੀ ਸੰਗਤ ਮਿਲ ਜਾਏ ਤਾਂ ਉਹ ਜਿਹੜੀ ਵੇਲ ਹੈ ਉਹ ਖੂਹ ਦੇ ਵਿੱਚ, ਟੋਏ ਵਿੱਚ ਡਿੱਗ ਕੇ ਹੇਠਾਂ ਗਲ ਸੜ ਜਾਂਦੀ ਹੈ। ਇਸੇ ਪ੍ਰਕਾਰ ਜਿਹੜਾ ਕੋਈ ਚੰਗਾ ਮਨੁੱਖ ਹੈ, ਚੰਗਾ ਇਨਸਾਨ ਹੈ, ਕੋਈ ਬੰਦਗੀ ਕਰਨ ਵਾਲਾ ਹੈ, ਜਦੋਂ ਕੋਈ ਉਸ ਬੰਦਗੀ ਕਰਨ ਵਾਲੇ ਦੀ ਸੰਗਤ ਕਰਦਾ ਹੈ ਤੇ ਬੰਦਗੀ ਕਰਨ ਵਾਲੇ ਦੀ ਸੰਗਤ ਕਰਨ ਵਾਲਾ ਵੀ ਬੰਦਗੀ ਕਰਨ ਵੱਲ ਉਸ ਦਾ ਮਨ ਪ੍ਰੇਰਿਤ ਹੋ ਜਾਂਦਾ। ਉਹ ਮਹਾਨ ਵਿਦਵਾਨ ਨੇ ਐਸੇ ਬਚਨ ਲਿਖੇ ਨੇ ਕਿ ਸਭ ਜਾਣਤ, ਇਹ ਗੱਲ ਸਾਰੇ ਲੋਕ ਜਾਣਦੇ ਨੇ ਕਿ ਜਿਸ ਪ੍ਰਕਾਰ ਇੱਕ ਵੇਲ ਦਰਖਤ ਦੀ ਸੰਗਤ ਕਰਕੇ ਉੱਚੀ ਚਲੀ ਜਾਂਦੀ ਹੈ, ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਵੀ ਬਚਨ ਕੀਤੇ, ਊਤਮ ਸੰਗਤ ਊਤਮ ਹੋਵੇ। ਸੰਗਤ ਦਾ ਅਸਰ ਜਿੱਥੇ ਬੰਦਗੀ ਕਰਨ ਵਾਲੇ ਦੀ ਸੰਗਤ ਦਾ ਅਸਰ ਸਾਰਿਆਂ ਤੇ ਪੈਂਦਾ, ਵੈਸੇ ਇੱਕ ਦੂਜਿਆਂ ਦੇ ਉੱਪਰ
ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਸੰਗਤ ਦਾ ਅਸਰ ਬਨਾਸਪਤੀ ਦੇ ਉੱਪਰ ਪੈਣ ਦਾ ਵੀ ਜ਼ਿਕਰ ਕੀਤਾ ਕਿ ਜਿਹੜੀ ਸੰਗਤ ਹੈ ਉਸ ਦਾ ਅਸਰ ਬਨਾਸਪਤੀ ਦੇ ਉੱਪਰ, ਦਰਖਤਾਂ ਦੇ ਉੱਪਰ ਵੀ ਪੈਂਦਾ ਹੈ। ਇੱਕ ਦੂਜੇ ਦੀ ਦਰਖਤ ਸੰਗਤ ਕਰਕੇ ਆਪਣਾ ਇੱਕ ਦੂਜੇ ਦਾ ਪ੍ਰਭਾਵ ਛੱਡਦੇ ਨੇ। ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਬਚਨ ਕੀਤੇ, ਕਬੀਰ ਚੰਦਨ ਕਾ ਬਿਰਬਾ ਭਲਾ, ਵੇੜਿਓ ਢਾਕ ਪਲਾਸ, ਕੋਏ ਵੀ ਚੰਦਨ ਹੋਏ ਰਹੇ, ਵਸੇ ਜੋ ਚੰਦਨ ਪਾਸ। ਜਿਹੜਾ ਚੰਦਨ ਦਾ ਇੱਕ ਦ੍ਰਿਸ਼ ਹੈ, ਚੇਤ ਵਿਸਾਖ ਦੇ ਮਹੀਨੇ ਅੰਦਰ ਸਾਰੇ ਜੰਗਲ ਨੂੰ ਉਹ ਸੁਗੰਧਿਤ ਕਰ ਦਿੰਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ, ਮੈਂ ਲਾਗਰ ਸੰਗੇਨ ਨਿੰਮ ਬਿਰਖ ਸੇ ਚੰਦਨ ਹੈ। ਹਜੂਰ ਕਹਿੰਦੇ ਇਥੋਂ ਤੱਕ ਕਿ ਚੰਦਨ ਦੀ ਸੁਗੰਧੀ ਨਿੰਮ ਦੇ ਦਰਖਤ ਦੇ ਵਿੱਚ ਵੀ ਭਰੀ ਜਾਂਦੀ ਹੈ। ਪਰ ਨਾਲ ਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਚਨ ਕੀਤੇ, ਨਿਕਟ ਬਸੰਤੋ ਬਾਂਸੋ, ਨਾਨਕ ਅਹੰ ਬੁੱਧ ਨਾ ਬੋਹ ਤੇ। ਇੱਕ ਨੇੜੇ ਰਹਿਣ ਵਾਲਾ ਜਿਹੜਾ ਬਾਂਸ ਹੈ, ਕੇਵਲ ਉਹ ਸੁਗੰਧਿਤ ਨਹੀਂ ਹੁੰਦਾ, ਬਾਕੀ ਸਾਰੀ ਬਨਾਸਪਤੀ ਦੇ ਉੱਪਰ ਚੰਦਨ ਦਾ ਪ੍ਰਭਾਵ, ਚੰਦਨ ਦਾ ਅਸਰ ਪੈਂਦਾ ਹੈ। ਆਪਾਂ ਵੀ ਕਈ ਵਾਰ ਹਮੇਸ਼ਾ ਗੁਰੂ ਦੀ ਸੰਗਤ ਕਰਦੇ ਹਾਂ ਤੇ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਸੋਚਦੇ ਹਾਂ ਕਿ ਅਮਕਾ ਮਨੁੱਖ ਬਦਲਿਆ ਨਹੀਂ ਹੈ, ਬੜੇ ਚਿਰ ਦਾ ਸੰਗਤ ਕਰਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਬਾਂਸ ਦੇ ਨੂੰ ਕਦੇ ਸੁਗੰਧਿਤ ਨਹੀਂ ਵੇਖਿਆ ਜਾਂਦਾ। ਭਗਤ ਕਬੀਰ ਸਾਹਿਬ ਜੀ ਨੇ ਵੀ ਇਹੋ ਬਚਨ ਕੀਤੇ। ਕਬੀਰ ਸਾਹਿਬ ਜੀ ਨੇ ਨਾਲ ਇਹ ਵੀ ਦੱਸਿਆ ਕਿ ਬਾਂਸ ਸੁਗੰਧਿਤ ਕਿਉਂ ਨਹੀਂ ਹੁੰਦਾ, ਉਹਦਾ ਕਾਰਨ ਹੈ। ਦੇਖੋ ਬਾਂਸ ਜਿਹੜਾ ਹੈ ਉਹ ਬਾਵਨ ਚੰਦਨ ਦੇ ਨੇੜੇ ਰਹਿੰਦਾ ਪਰ ਕਦੇ ਸੁਗੰਧਿਤ ਨਹੀਂ ਬਣਦਾ। ਇਸ ਦਾ ਕੀ ਕਾਰਨ? ਭਗਤ ਕਬੀਰ ਸਾਹਿਬ ਜੀ ਨੇ ਬਚਨ ਲਿਖੇ, ਕਬੀਰ ਬਾਂਸ ਵਡਾਈ ਬੂਢਿਆ, ਇਉ ਮਤ ਡੂਬੋ ਕੋਏ, ਚੰਦਨ ਕੈ ਨਿਕਟੇ ਬਸੈ, ਬਾਂਸ ਸੁਗੰਧ ਨਾ ਹੋਏ। ਭਾਵੇਂ ਬਾਵਨ ਚੰਦਨ ਦੇ ਨੇੜੇ ਬਾਂਸ ਰਹਿੰਦਾ ਪਰ ਉਹ ਸੁਗੰਧਿਤ ਨਹੀਂ ਹੁੰਦਾ। ਉਸਦਾ ਸੁਗੰਧੀ ਵਾਲਾ ਨਾਮ ਬਣਨ ਦਾ ਕਾਰਨ ਕੀ ਹੈ ਕਿ ਬਾਂਸ ਵਡਾਈ ਬੂਢਿਆ, ਉਹ ਆਪਣੇ ਵਡਿਆਈ ਦੇ ਮਾਣ ਤੇ ਹੰਕਾਰ ਦੇ ਵਿੱਚ ਡੁੱਬਿਆ ਹੈ। ਇਸ ਨੂੰ ਮਹਾਪੁਰਸ਼ ਬਾਂਸ ਦੇ ਅੰਦਰ 5 ਔਗਣ ਦੱਸਦੇ ਨੇ ਕਿ ਬਾਂਸ ਦੇ ਅੰਦਰ 5 ਔਗਣ ਹੋਣ ਕਰਕੇ ਬਾਂਸ ਕਦੇ ਸੁਗੰਧਿਤ ਨਹੀਂ ਹੋ ਸਕਦਾ। ਭਾਵੇਂ ਸਾਰੀ ਜ਼ਿੰਦਗੀ ਚੰਦਨ ਦੇ ਕੋਲੇ ਬਾਂਸ ਰਹਿ ਜਾਵੇ। ਉਹ 5 ਔਗਣ ਬਾਂਸ ਦੇ ਕਿਹੜੇ ਨੇ? ਇੱਕ ਤਾਂ ਬਾਂਸ ਦੇ ਵਿੱਚ ਆਪਣੇ ਉੱਚੇ ਪੁਣ ਦਾ ਹੰਕਾਰ ਹੈ, ਕਿਉਂਕਿ ਬਾਂਸ ਆਮ ਤੌਰ ਤੇ ਸਾਰਿਆਂ ਹੀ ਦਰਖਤਾਂ ਦੇ ਨਾਲੋਂ ਉੱਚਾ ਚਲਿਆ ਜਾਂਦਾ ਹੈ। ਬਾਂਸ ਇਸ ਕਾਰਨ ਕਰਕੇ ਵੀ ਸੁਗੰਧਿਤ ਨਹੀਂ ਹੁੰਦਾ ਕਿ ਬਾਂਸ ਦੇ ਵਿੱਚ ਆਪਣੀ ਵਡਿਆਈ ਦਾ, ਆਪਣੇ ਉੱਚੇ ਹੋਣ ਦਾ ਮਾਣ ਹੈ। ਦੂਸਰਾ ਜਿਹੜਾ ਬਾਂਸ ਹੈ ਉਸ ਦੇ ਅੰਦਰ ਗੰਢਾਂ ਨੇ, ਜਿਨ੍ਹਾਂ ਨੂੰ ਆਮ ਤੌਰ ਤੇ ਇੱਕ ਇੱਕ ਪੂਰੀ ਦੇ ਨਾਲ ਹੀ ਗੰਢ ਹੈ। ਤੀਸਰਾ ਔਗਣ ਹੈ ਕਿ ਬਾਂਸ ਦੇ ਅੰਦਰ ਛਿਲਤਾਂ ਹਨ। ਮਨੁੱਖ ਦੇ ਕਈ ਵਾਰ ਹੱਥਾਂ ਦੇ ਵਿੱਚੋਂ ਛਿਲਤਾਂ ਖੁੱਭ ਜਾਂਦੀਆਂ ਨੇ। ਜਿਹੜਾ ਚੌਥਾ ਕਾਰਨ ਹੈ, ਬਾਂਸ ਦੇ ਵਿੱਚੋਂ ਪੋਲ ਹੈ, ਵਿੱਚੋਂ ਬਾਂਸ ਖਾਲੀ ਹੈ, ਉਸ ਦੀਆਂ ਪੋਰੀਆਂ
ਜਿਸ ਨੂੰ ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਬਾਣੀ ਦੇ ਵਿੱਚ ਕਥਨ ਕੀਤਾ ਹੈ। ਪੰਜਵਾਂ ਔਗਣ ਹੈ ਕਿ ਬਾਂਸ ਕੁਲ ਘਾਤੀ ਹੈ। ਬਾਂਸ ਆਪਸ ਵਿੱਚ ਰਗੜਨ ਕਰਤੇ, ਹਵਾ ਦੇ ਵਗਣ ਦੇ ਨਾਲ ਉਹ ਰਗੜਦੇ ਨੇ। ਰਗੜ ਵੱਜਣ ਤੋਂ ਬਾਂਸ ਦੇ ਵਿੱਚੋਂ ਖੈਣ ਦੇ ਨਾਲ ਅਗਨੀ ਪੈਦਾ ਹੁੰਦੀ ਹੈ। ਉਸ ਅਗਨੀ ਦੇ ਨਾਲ ਆਪ ਵੀ ਮੱਚ ਜਾਂਦਾ, ਸੜ ਜਾਂਦਾ ਤੇ ਬਾਕੀ ਦੂਸਰੇ ਜੰਗਲਾਂ ਨੂੰ ਵੀ ਅੱਗ ਲਾ ਦਿੰਦਾ। ਬਹੁਤ ਵੱਡੇ ਵੱਡੇ ਜੰਗਲ, ਉਹਨਾਂ ਨੂੰ ਅੱਗ ਲੱਗਣ ਦਾ ਕਾਰਨ ਜ਼ਿਆਦਾਤਰ ਬਾਂਸ ਹੀ ਬਣਦਾ ਹੈ। ਇਸ ਤਰ੍ਹਾਂ ਦੇ ਨਾਲ ਇਹ ਪੰਜ ਬਾਂਸ ਦੇ ਵਿੱਚ ਔਗਣ ਹੋਣ ਕਰਕੇ ਬਾਂਸ ਸੁਗੰਧਿਤ ਨਹੀਂ ਹੁੰਦਾ। ਇਸੇ ਤਰ੍ਹਾਂ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੀ ਸੰਗਤ ਕਰਦੇ ਹਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਦੇ ਹਾਂ, ਜਾਂ ਕਈ ਵਾਰ ਕਿਸੇ ਮਹਾਂਪੁਰਸ਼ ਦੀ ਸੰਗਤ ਕਰਦੇ ਹਾਂ, ਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਦਿਆਂ ਹੋਇਆਂ ਵੀ ਕਈ ਮਨੁੱਖਾਂ ਦਾ ਜੀਵਨ ਨਹੀਂ ਬਦਲਦਾ। ਭਾਵੇਂ ਮਨੁੱਖ ਸਾਰੀ ਜ਼ਿੰਦਗੀ ਕਿਸੇ ਕਮਾਈ ਵਾਲੇ ਦੀ ਸੰਗਤ ਕਰਦਾ ਰਹੇ, ਗੁਰੂ ਕੀ ਸੰਗਤ ਦੇ ਵਿੱਚ ਆਉਂਦਾ ਰਹੇ, ਜੇ ਮਨੁੱਖ ਦੇ ਵਿੱਚ ਵੀ ਇਹ ਪੰਜ ਔਗਣ ਹੋਣ। ਮਹਾਂਪੁਰਸ਼ ਇਸ ਦਾ ਭਾਵ ਦੱਸਦੇ ਨੇ ਕਿ ਜੇ ਮਨੁੱਖ ਦੇ ਵਿੱਚ ਆਪਣੇ ਉੱਚੇ ਗੁਣਾਂ ਦਾ ਹੰਕਾਰ ਹੈ, ਆਪਣੇ ਉੱਚੇ ਸਰੀਰ ਦਾ ਹੰਕਾਰ ਹੈ, ਸਰੀਰ ਦੀ ਸੁੰਦਰਤਾ ਦਾ ਮਾਣ ਹੰਕਾਰ ਹੈ, ਉਹ ਵੀ ਮਨੁੱਖ ਸੰਗਤ ਦੇ ਵਿੱਚੋਂ ਲਾਭ ਨਹੀਂ ਲੈ ਸਕਦਾ। ਦੂਸਰਾ ਹੈ ਕਿ ਜਿਹੜਾ ਮਨੁੱਖ ਧਾਰਨ ਸ਼ਕਤੀ ਤੋਂ ਰਹਿਤ ਹੈ, ਆਪਣੇ ਇੱਕ ਕੰਨ ਦੇ ਵਿੱਚੋਂ ਗੁਰੂ का ਉਪਦੇਸ਼, ਗੁਰੂ की ਕਥਾ, ਗੁਰੂ के ਵਚਨ ਸਰਵਣ ਕਰਕੇ ਦੂਸਰੇ ਕੰਨ ਤੋਂ ਬਾਹਰ ਕੱਢ ਦਿੰਦਾ। ਅੰਧੇ ਏਕ ਨਾ ਲਾਗਈ, ਜਿਉ ਬਾਂਸ ਵਜਾਈਐ ਫੂਕ। ਉਹ ਮਨੁੱਖ ਕਦੇ ਸੰਗਤ ਦੇ ਵਿੱਚੋਂ ਲਾਭ ਨਹੀਂ ਪ੍ਰਾਪਤ ਕਰ ਸਕਦਾ, ਉਹ ਰਸ ਨਹੀਂ ਮਾਣ ਸਕਦਾ। ਜਿਹੜਾ ਮਨੁੱਖ, ਜਿਸ ਮਨੁੱਖ ਦੇ ਮਨ ਦੇ ਅੰਦਰ ਬ੍ਰਹਮਚਾਰੀ ਤੇ ਗ੍ਰਸਤੀ ਪੁਣੇ ਦੀਆਂ ਇਹ ਗੰਢਾਂ ਹਨ, ਉਹ ਵੀ ਮਨੁੱਖ ਲਾਭ ਨਹੀਂ ਪ੍ਰਾਪਤ ਕਰ ਸਕਦਾ। ਜਿਸ ਮਨੁੱਖ ਦੇ ਮਨ ਦੇ ਅੰਦਰ ਈਰਖਾ ਦੀਆਂ ਸਿਲਤਾਂ ਨੇ, ਉਹ ਬੰਦਾ ਵੀ ਸੰਗਤ ਦੇ ਵਿੱਚੋਂ, ਕਿਸੇ ਮਹਾਂਪੁਰਸ਼ ਦੀ ਸੰਗਤ ਦੇ ਵਿੱਚੋਂ ਲਾਭ ਨਹੀਂ ਲੈ ਸਕਦਾ। ਇਸ ਤਰ੍ਹਾਂ ਇਹ ਔਗਣਾਂ ਵਾਲੇ ਮਨੁੱਖ ਸੰਗਤ ਦੇ ਵਿੱਚੋਂ ਲਾਭ ਨਹੀਂ ਲੈ ਸਕਦੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਇਹ ਬਚਨ ਕੀਤੇ ਨੇ ਕਿ ਜਿਹੜੀ ਸੰਗਤ ਹੈ, ਭਾਵੇਂ ਕਿਸੇ ਕਮਾਈ ਵਾਲੇ ਮਹਾਂਪੁਰਸ਼ ਦੀ ਸੰਗਤ ਹੈ, ਚਾਹੇ ਗੁਰੂ ਕੀ ਸੰਗਤ ਹੈ, ਇਹ ਸੰਗਤ ਦਾ ਅਸਰ ਮਨੁੱਖ ਦੇ ਉੱਪਰ ਪੈਂਦਾ ਹੈ। ਕੇਵਲ ਬਨਾਸਪਤੀ ਨੂੰ ਤਿਆਗ ਕੇ ਚੰਦਨ ਦੀ ਸੰਗਤ ਦਾ ਅਸਰ ਸਾਰਿਆਂ ਤੇ ਪੈਂਦਾ। ਇਸੇ ਤਰ੍ਹਾਂ ਜਿਵੇਂ ਸੰਗਤ ਦਾ ਅਸਰ ਬਨਾਸਪਤੀ ਦੇ ਉੱਪਰ ਵੀ ਪੈਂਦਾ, ਚਾਹੇ ਉਹ ਕਿਸੇ ਵੀ ਕੋਈ ਫੁੱਲ ਹੋਵੇ। ਸ੍ਰੀਮਾਨ ਸੰਤ ਬਾਬਾ ਗੁਲਾਬ ਸਿੰਘ ਜੀ, ਜਿਨ੍ਹਾਂ ਦਾ ਵੇਖੋ ਨਾਮ ਵੀ ਕੈਸਾ ਕਮਾਲ ਦਾ ਹੈ। ਦੁਨੀਆ ਦੇ ਸਾਰਿਆਂ ਫੁੱਲਾਂ ਦੇ ਵਿੱਚੋਂ ਸੰਸਾਰਿਕ ਤੌਰ ਤੇ ਗੁਲਾਬ ਦੇ ਫੁੱਲ ਨੂੰ ਧਰਮ ਸ਼ਾਸਤਰਾਂ ਨੇ ਬਹੁਤ ਸਲਾਹਿਆ ਹੈ ਕਿ ਜਿਹੜਾ ਗੁਲਾਬ ਦਾ ਫੁੱਲ ਹੈ, ਉਹ ਸਾਰਿਆਂ ਫੁੱਲਾਂ ਤੋਂ ਸ਼੍ਰੋਮਣੀ ਮੰਨਿਆ ਗਿਆ। ਸ਼੍ਰੀਮਾਨ ਸੰਤ ਬਾਬਾ ਗੁਲਾਬ ਸਿੰਘ ਜੀ ਦੇ ਜਿਹੜੇ ਨਾਲ ਦੇ ਸਮਕਾਲੀ ਵੀ ਮਹਾਂਪੁਰਸ਼ ਸਨ, ਆਪਸ ਵਿੱਚ ਇੱਕ ਦੂਜਿਆਂ ਦੀ ਸੰਗਤ ਕਰਦੇ ਰਹੇ। ਉਹਨਾਂ ਦੇ ਨਾਮ ਵੀ ਬੜੇ ਕਮਾਲ ਦੇ ਹਨ। ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਜਿਹੜੇ ਅੰਦਰੋਂ ਵੀ ਸੁੰਦਰ, ਬਾਹਰੋਂ ਵੀ ਸੁੰਦਰ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਹਜ਼ੂਰ ਨੇ ਬਚਨ ਕੀਤਾ, ਜੇ ਮਨੁੱਖ ਨੇ ਸੁੰਦਰ ਬਣਨਾ, ਸੁੰਦਰ ਕੌਣ ਹੈ? ਕੇਵਲ ਬਾਹਰੋਂ ਸਰੀਰ ਕਰਕੇ, ਸੁੰਦਰਤਾ ਕਰਕੇ ਕੋਈ ਸੁੰਦਰ ਨਹੀਂ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕੀਤੇ, ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ।
ਉਹ ਅੰਦਰੋਂ ਵੀ ਸੁੰਦਰ, ਬਾਹਰੋਂ ਸਰੀਰ ਕਰਕੇ ਵੀ ਸੁੰਦਰ, ਰਹਿਣੀ ਵਿੱਚ ਵੀ ਸੁੰਦਰ, ਤੇ ਆਪਣੇ ਮਨ ਨੂੰ ਵੀ ਉਹਨਾਂ ਨੇ ਸੁੰਦਰ ਬਣਾਇਆ। ਸ੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਸ਼। ਵੇਖੋ, ਹਰ ਕੋਈ ਮਨੁੱਖ ਆਨੰਦ ਦੀ ਪ੍ਰਾਪਤੀ ਕਰਨੀ ਚਾਹੁੰਦਾ। ਉਹ ਆਪ ਵੀ ਜਿੱਥੇ ਆਨੰਦ ਸਰੂਪ ਹਨ ਤੇ ਆਨੰਦ ਨੂੰ ਹਾਸਲ ਕਰਨ ਵਾਲੇ, ਜਾਂ ਆਨੰਦ ਦਾ ਮਤਲਬ ਭਾਵ ਪੁੱਤਰ ਦਾ ਵੀ ਹੁੰਦਾ ਕਿ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਹੀ ਪੁੱਤਰ ਬਣ ਕੇ ਸੰਸਾਰ ਦੇ ਉੱਪਰ ਆਏ। ਇਸੇ ਤਰ੍ਹਾਂ ਬੇਅੰਤ ਜਿਹੜੇ ਮਹਾਂਪੁਰਖ ਉਸ ਵੇਲੇ ਦੇ ਸਮਕਾਲੀ ਹੋਏ, ਆਪਸ ਵਿੱਚ ਇੱਕ ਦੂਸਰੇ ਮਹਾਂਪੁਰਸ਼ਾਂ ਦਾ ਬਹੁਤ ਹੀ ਅਥਾਹ ਪਿਆਰ ਤੇ ਪ੍ਰੇਮ ਵੀ ਸੀ, ਤੇ ਇੱਕ ਦੂਸਰਿਆਂ ਦੀ ਸੰਗਤ ਕਰਦੇ ਰਹਿੰਦੇ। ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਸੰਗਤ ਨੂੰ ਬਹੁਤ ਵੱਡਾ ਸਲਾਹਿਆ। ਸੰਗਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਇਹ ਬਚਨ ਕੀਤੇ, ਜਿਹੜੀ ਸੰਗਤ ਹੈ ਇਹਦਾ ਜਿੱਥੇ ਬਨਾਸਪਤੀ ਦੇ ਉੱਪਰ ਅਸਰ ਪੈਂਦਾ, ਇਸੇ ਤਰ੍ਹਾਂ ਸਾਧ ਸੰਗਤ ਜੀ ਮਿੱਟੀ ਦੇ ਉੱਪਰ ਵੀ ਸੰਗਤ ਦਾ ਅਸਰ ਪੈਂਦਾ। ਜਿਸ ਤਰ੍ਹਾਂ ਜਿਹੜੇ ਫੁੱਲਾਂ ਦੇ ਕੋਲ ਮਿੱਟੀ ਹੋਵੇ, ਉਸ ਫੁੱਲਾਂ ਦੀਆਂ ਜੜ੍ਹਾਂ ਦੇ ਵਿੱਚੋਂ ਮਿੱਟੀ ਵੀ ਸੁਗੰਧਿਤ ਹੋ ਜਾਂਦੀ ਹੈ। ਇਸ ਦੇ ਕਈ ਸਾਨੂੰ ਗ੍ਰੰਥਾਂ ਦੇ ਵਿੱਚੋਂ ਹਵਾਲੇ ਮਿਲਦੇ ਹੈ। ਈਰਾਨ ਦਾ ਸ਼ਾਇਰ ਫਿਲਾਸਫਰ ਸ਼ੇਖ ਸਾਦੀ, ਉਹਨਾਂ ਦੇ ਵੀ ਜੀਵਨ ਦੀ ਇੱਕ ਘਟਨਾ ਹੈ ਕਿ ਇੱਕ ਸਮੇਂ ਉਹ ਇਸ਼ਨਾਨ ਕਰ ਰਹੇ ਸਨ। ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਕੁਝ ਮਿੱਟੀ ਦਿਓ, ਤਾਂ ਉਸ ਦੀ ਪਤਨੀ ਨੇ ਫੁੱਲਾਂ ਦੀ ਜੜ੍ਹਾਂ ਦੇ ਵਿੱਚੋਂ ਮਿੱਟੀ ਦਾ ਇੱਕ ਬੁੱਕ ਭਰ ਕੇ ਸ਼ੇਖ ਸਾਹਿਬ ਜੀ ਨੂੰ ਦੇ ਦਿੱਤਾ। ਤਾਂ ਕੀ ਵੇਖਿਆ, ਉਸ ਮਿੱਟੀ ਦੇ ਵਿੱਚੋਂ ਸੁਗੰਧੀ ਆਵੇ। ਉਸ ਨੇ ਮਨ ਦੇ ਵਿੱਚ ਭੁਲੇਖਾ ਖਾਧਾ ਕਿ ਸ਼ਾਇਦ ਕੋਈ ਕਸਤੂਰੀ ਜਾਂ ਅੰਬਰ ਇਸ ਦੇ ਉੱਪਰ ਡੁੱਲਿਆ। ਤਾਂ ਪੁੱਛਿਆ ਗਿਆ ਕਿ ਇਹ ਮਿੱਟੀ ਕਾਹਦੀ ਹੈ, ਇਸ ਦੇ ਵਿੱਚੋਂ ਤਾਂ ਬੜੀ ਸੁਗੰਧੀ ਆਉਂਦੀ ਹੈ। ਤਾਂ ਉਸ ਦੀ ਪਤਨੀ ਨੇ ਇਹ ਬਚਨ ਕਹਿਣ ਲੱਗੀ, ਇਹ ਹੈ ਤਾਂ ਮਿੱਟੀ, ਪਰ ਇਹ ਫੁੱਲਾਂ ਦੇ ਕੋਲ ਸੀ, ਉਸ ਦੀਆਂ ਜੜ੍ਹਾਂ ਦੇ ਵਿੱਚੋਂ ਮੈਂ ਇਹ ਮਿੱਟੀ ਲੈ ਆਂਦੀ। ਇਸ ਕਾਰਨ ਕਰਕੇ ਉਸ ਫੁੱਲਾਂ ਦੀ ਸੰਗਤ ਦਾ ਅਸਰ ਮਿੱਟੀ ਦੇ ਉੱਪਰ ਵੀ ਪੈ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਵੀ ਜਿਹੜਾ ਸੰਗਤ ਦਾ ਅਸਰ ਹੈ, ਜਿੱਥੇ ਬਨਾਸਪਤੀ ਦੇ ਉੱਪਰ ਪੈਂਦਾ, ਭਗਤ ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤੇ ਨੇ, ਚੰਦਨ ਕੇ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਗਰਿਓ। ਕਹਿੰਦੇ ਵੇਖੋ, ਜਿਹੜਾ ਚੰਦਨ ਦਾ ਦਰਖਤ ਹੈ, ਉਸ ਦੀ ਸੰਗਤ ਕਰਨ ਦੇ ਨਾਲ ਬਾਕੀ ਦੇ ਦਰਖਤ ਵੀ ਚੰਦਨ ਹੋ ਨਿਬੜਦੇ ਹੈ। ਜਿੱਥੇ ਇਹ ਸੰਗਤ ਦਾ ਅਸਰ ਬਨਾਸਪਤੀ ਦੇ ਉੱਪਰ ਪੈਂਦਾ, ਫੁੱਲਾਂ ਦੇ ਉੱਪਰ ਪੈਂਦਾ, ਮਿੱਟੀ ਦੇ ਉੱਪਰ ਪੈਂਦਾ, ਉਥੇ ਪੰਛੀਆਂ ਦੇ ਉੱਪਰ ਵੀ ਸੰਗਤ ਦਾ ਅਸਰ ਪੈਂਦਾ। ਵੇਖੋ, ਪੰਛੀਆਂ ਦੇ ਉਦਾਹਰਣ ਵੀ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਦਿੱਤੇ ਨੇ। ਹਜੂਰ ਦੀ ਪਾਵਨ ਬਾਣੀ ਦਾ ਵਾਕ ਹੈ, ਸੂਆ ਪੜਾਵਤ ਗਣਕਾ ਤਰੀ। ਸੂਆ ਦਾ ਅਰਥ ਹੈ ਤੋਤਾ। ਕਹਿੰਦੇ ਵੇਖੋ, ਤੋਤੇ ਨੂੰ ਪੜਾਉਂਦੀ ਹੋਈ ਜਿਹੜੀ ਗਣਕਾ ਸੀ, ਉਹ ਆਪ ਤਰ ਗਈ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ, ਗਣਕਾ ਉਧਰੀ ਹਰ ਕਹੇ ਤੋਤ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਦੀ ਬਹੁਤ ਭਾਰੀ ਵੱਡੀ ਕਹਾਣੀ ਦਾ ਜ਼ਿਕਰ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਤੋਤੇ ਦਾ ਜ਼ਿਕਰ, ਗਣਕਾ ਦਾ ਜ਼ਿਕਰ ਹਜ਼ੂਰ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਕੀਤਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਉਹ ਬਚਨ ਆਪ ਜੀ ਨੇ ਸਰਵਣ ਵੀ ਕੀਤੇ ਹੋਣਗੇ ਕਿ ਗਣਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ,
महापुरुष अचानचक गणका बाड़े आए खलोता। एक कमाई वाले महापुरुष ने गणका नूं एक तोता दिता सी। देखो तोता मनुख की संगत करके वो भी जी आया कहन लग जाता है। जेड़ा तोता है वो भी मनुख की संगत करदियां करदियां राम राम कहन लग जाता है। ये जिहड़ी संगत है, संगत का असर पंछियां दे उपर भी पैंदा। मनुख की संगत करदियां करदियां ये जिहड़े पंछी हैं वो भी मनुख वांग बोलन लग जाते। इथों सानू जाहिर है कि पंछियां दे उपर भी संगत का असर पैंदा है। इसे तरह जिथे ये सारी बनास्पति के उपर संगत का असर पैंदा, मिट्टी के उपर संगत का असर पैंदा, जिथे पशु पंछियां के उपर भी ये संगत का असर पैंदा। जेड़े कोई चार पाए शेर आदि हन, पशु हन, उन्हां दे उपर भी असर पैंदा है। मनुख की संगत करदियां करदियां जेड़े बड़े बड़े खूंखार जानवर ने, कोई शेर बघेले ने, मनुख ने उन्हां नूं अपने वस दे विच कर लिया। मनुख की संगत करदियां वो सरकशां आदिकां दे विच खेडां कर करके विखाउंदे। वो कदे एक दूसरे नूं मारदे नहीं हैं। ये मनुख की संगत का असर है जानवरां दे उपर। सतगुरु महाराज जी ने पावन बाणी दे विच ये कुछ ऐसे प्रमाण दिते ने कि जिथे इन्नी संगत का असर पैंदा उत्थे मनुखां दे उपर भी चंगी माड़ी संगत का असर पैंदा। भाई साहब भाई गुरदास साहब जी ने एक थां ते ये भी वचन लिखे ने कि एक चंगी संगत है, एक बुरी कुसंगत है। सतगुरु जी ने बाणी दे विच भी ये वचन उच्चारण कीते कि जेड़ी चंगी संगत है वो मनुख दे जीवन नूं चंगा बना देंदी, जेड़ी बुरी कुसंगत है उस तो बचन दी बार बार हजूर ने सानू ताकीद की है। कबीर संगत करिए साध की अंत करे निर्बाहो, साकत संग न कीजई जाते होए बनाओ। मनुख का जीवन गर्क जाता कुसंगत करन दे नाल, कुसंगियां की संगत करन दे नाल, पर भले पुरुषां की संगत मनुख नूं भला बना देंदी है। कबीर साहब जी ने यह भी वचन कीते, कबीर संगत करिए साध की जौ की भूसी खाओ, होनहार सो होए है। कि भगत कबीर साहब जी कहते हमेशा भले पुरुषों की कदे संगत ना छड्डो, क्योंकि वो भले पुरुषों की जिहड़ी संगत है वो सानू भला बना देंदी है। इथों तक भाई गुरदास साहब जी ने एक वचन लिखिया है, कहते जिहड़ा गुरसिख है वो कदे भली संगत, कदे गुरु की संगत नूं कदे छड्डदा नहीं, कदे त्यागदा नहीं। सतगुरु गुरु रामदास महाराज जी ने संगत की महान महिमा करदियां होया ये भी वचन कहे कि जे कोई पापी मनुख भी संगत दे विच आके बैठदा तां ओहदे पाप धोते जांदे है। भाई गुरदास साहब जी का वचन आपां अखीर ते पढ़िया है, पत ते उदाहरण साध संग पापां मल धोवै। सतगुरु गुरु रामदास महाराज जी ने पावन बाणी दे विच वचन कीते, ज्यों छोहे पारस मनूर भये कंचन। सतगुरु गुरु रामदास महाराज जी कहते ज्यों छोहे पारस, एक पारस बहुत कीमती धात मन्निया गया, जेड़ा मनूर भये कंचन, जेड़ा मनूर लोहा है, गलिया होया लोहा है, वो सोना बन जाता पारस दे नाल छो के।
सतगुरु गुरु रामदास महाराज जी कहते इसे तरह जिहड़ी सत संगत है वो एक पारस वर्गी है। ज्यों छोहे पारस मनूर भय कंचन, त्यों पातत जान मिल संगति सुध होवत। इसे तरह इसे प्रकार जिहड़ा पापी मनुख है जदों किते संगत करन लग जावे, संगत करदियां करदियां पापी बंदियां दा मनुख भी हिरदा शुद्ध हो जाता है। ये सतगुरु गुरु रामदास महाराज जी ने पावन बाणी के बोल हैं। सतगुरु गुरु अर्जन देव महाराज जी ने इसे लिए ही ये वचन कीते, बड़ भागी साध संग प्राप्त, तिन भेटत दुरमत कोई। साध संगत दे विच मिलन दे नाल मनुख दी खोटी मत धोती जाती है, खोटी मत नाश हो जाती है। तिन भेटत दुरमत कोई, खोटी मत जिहड़ी है वह मनुख दी लह जाती है, खत्म हो जाती है। भाई साहिब भाई नंद लाल साहिब जिन्हां ने सतगुरु गुरु गोबिंद सिंह महाराज जी की संगत का आनंद माणिया, उन्होंने भी ये वचन लिखे ने कि जिहड़ी साध संगत है, साध संगत करदियां करदियां मनुख एक सूरज के वांग चमकन लग जाता। जेड़े कोई साधारण मनुख ने संगत करदियां करदियां उन्हां दा उच्चा जीवन होके वो दूसरियां नूं भी रोशनी देण लग जाते। भाई साहिब भाई नंद लाल साहिब जी ने ये वचन कीते, जर रारा दीदम के गुरशीदे जहां, शुद्ध जिफै जे मुहब्बते के साहिब दिला। कहंदे जेड़े धूड़ी दे किणके वांग लोग हन, जे उन्हां नकम्मियां मनुखां नूं संगत मिल जावे, गुरु दी संगत मिल जावे, किसे कमाई वाले दी, किसे महापुरुष दी, किसे गुरमुख करनी कमाई वाले दी, कहंदे उन्हां दा जीवन रुसना जांदा। उन्हां दे जीवन चों अज्ञान खत्म होके वो दूसरियां नूं ज्ञान की रोशनी देण वाले बन जाते हैं। ये भाई साहिब भाई नंद लाल साहिब जी ने ये संगत की बाबत वचन लिखे। एक कोई महान महापुरुष होए, उन्होंने भी ये वचन लिखे ने कि जे कोई मनुख परमात्मा नूं मिलना चाहुंदा, कहंदे वो चंगी संगत दे विच बैठन लग जाए। जे किसे नदी ने समुंदर नूं मिलना होवे, जां जिस इंसान ने कोई समुंदर नूं मिलना होवे, वो मनुख नदी की संगत करन लग जावे, क्योंकि जिन्नियां नदियां ने वो जाके समुंदर दे विच समाउंदियां ने। मिलना चाहे सिंध को कर सलता को संग, परसराम हर मिलन को मार्ग है सतसंग। परमेश्वर की प्राप्ति करने वास्ते भी ये सत संगत बहुत जरूरी है। साध संगत तो बिना परमेश्वर की भी प्राप्ति नहीं। इस करके जिहड़ी संगत है यही गुरु घर दे विच बहुत बड़ी महानता दर्शाई है। जिहदा भी किसी का अज तक उच्चा जीवन बनिया, कोई महान महापुरुष बनिया, वो किसी चंगी संगत दे नाल ही उच्चे सुच्चे जीवन वाला बनिया। श्रीमान संत बाबा गुलाब सिंह जी उन्हां महापुरुषां ने छोटे हुंदियां ही चंगे विद्वान गुरमुख महापुरुषां की संगत की। वो आप ऐसे महान उच्चे सुच्चे जीवन वाले महापुरुष बने। सतगुरु महाराज जी ने ये जिहड़ी चंगी संगत है, गुरु की संगत है, चंगे गुरसिखां की संगत है, ओनू कदे भी गुरु का प्यारा गुरु का सिख कदे छड्ड नहीं सकता। भाई गुरदास साहब जी ने एक वचन लिखिया, मारवे को त्रास देख चोर ना तजत चोरी। कहंदे देखो
ਮਾਰ ਕੁਟਾਈ ਹੁੰਦਿਆਂ ਕਿਸੇ ਚੋਰ ਦੇ ਉੱਪਰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ, ਜਿਸ ਤਰ੍ਹਾਂ ਕੋਈ ਸੰਨ ਦੇ ਉੱਪਰ ਲਾਉਂਦਾ ਹੋਇਆ ਚੋਰ ਪਕੜਿਆ ਜਾਵੇ, ਉਹਦੇ ਮਾਰ ਕੁਟਾਈ ਪੈਣੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਮਾਰ ਕੁਟਾਈ ਪੈਂਦਿਆਂ ਵੇਖ ਕੇ ਜਿਹੜੇ ਬਾਕੀ ਦੇ ਚੋਰ ਹਨ, ਕਦੇ ਉਹ ਚੋਰੀ ਨਹੀਂ ਛੱਡਦੇ। ਇਸੇ ਤਰ੍ਹਾਂ ਜਿਹੜੇ ਕੋਈ ਨਸ਼ਈ ਲੋਕ ਨੇ, ਜਿਨ੍ਹਾਂ ਨੂੰ ਬੁਰੀਆਂ ਆਦਤਾਂ, ਕੋਈ ਨਸ਼ੇ ਆਦਤ ਖਾਣ ਦੀਆਂ ਪੈ ਗਈਆਂ, ਕਹਿੰਦੇ ਉਹ ਘਰ ਦੇ ਭਾਂਡਿਆਂ ਤੱਕ ਵੇਚ ਕੇ ਵੀ ਆਪਣੇ ਨਸ਼ੇ ਦੀ ਪੂਰਤੀ ਕਰਦੇ ਐ। ਉਹ ਕਦੇ ਨਸ਼ਾ ਨਹੀਂ ਤਿਆਗ ਸਕਦੇ, ਤਿਆਗਦੇ। ਕਹਿੰਦੇ ਇਸੇ ਤਰ੍ਹਾਂ ਜੇ ਕਿਸੇ ਸਿੱਖ ਨੂੰ ਕੋਈ ਕਹਿ ਦੇਵੇ ਵੀ ਤੂੰ ਗੁਰਦੁਆਰੇ ਕੀ ਲੈਣ ਜਾਣਾ, ਜਾਂ ਗੁਰੂ ਦੀ ਸੰਗਤ ਦੇ ਵਿੱਚ ਤੈਨੂੰ ਕੀ ਲਾਭ ਹੈ, ਕੀ ਫਾਇਦਾ, ਕਿਉਂ ਜਾਣਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਕਾ ਸਿੱਖ ਕਦੇ ਕਿਸੇ ਦੇ ਤਰਕ ਮਾਰਨ ਤੇ ਕਦੇ ਸੰਗਤ ਕਰਨੀ ਨਹੀਂ ਛੱਡਦਾ। ਭਾਈ ਗੁਰਦਾਸ ਸਾਹਿਬ ਜੀ ਦੇ ਇਹ ਬਚਨ ਨੇ, ਮਾਰਵੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਵਟ ਪਾਰਾ ਵਟ ਪਾਰੀ ਸੰਗ ਹੋਇ ਤਖਤ ਹੈ, ਬੇਸਵਾ ਰਤ ਬ੍ਰਿਥਾ ਭਏ ਮਨ ਮੈਂ ਨਾ ਸ਼ੰਕਾ ਮਾਨੈ, ਜੁਆਰੀ ਨਾ ਹਾਰੈ ਜੂਆ ਸਹਿ ਤਖਤ ਹੈ, ਅਮਲੀ ਨਾ ਅਮਲ ਤਾਜਤ ਜਿਉ ਤ੍ਰਿਕਾਰ ਕੀਏ, ਵੇਦ ਵਿਦ ਲੋਕ ਵਿਦ ਸੁਣਤ ਸਕਤ ਹੈ, ਆਦਮ ਅਸਾਧ ਸੰਗ ਛਾੜਤ ਨਾ ਅੰਗੀਕਾਰੀ, ਗੁਰ ਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ। ਕਹਿੰਦੇ ਗੁਰੂ ਕਾ ਸਿੱਖ ਕਦੇ ਸਾਧ ਸੰਗਤ ਬਿਲਕੁਲ ਨਹੀਂ ਛੱਡਦਾ, ਕਿਉਂਕਿ ਗੁਰੂ ਦਾ ਤੇ ਸਿੱਖ ਦਾ ਇਹ ਬਹੁਤ ਵੱਡਾ ਅੰਦਰੂਨੀ ਪ੍ਰੇਮ ਦਾ ਰਿਸ਼ਤਾ ਹੈ। ਇਸ ਕਰਕੇ ਜਿਹੜੀ ਸੰਗਤ ਹੈ ਇਹ ਬੁਰੇ ਮਨੁੱਖ ਤੋਂ ਵੀ ਚੰਗੀ ਬਣਾ ਦਿੰਦੀ ਹੈ। ਜਿੱਥੇ ਸੰਤ ਬਾਬਾ ਗੁਲਾਬ ਸਿੰਘ ਜੀ ਨੇ ਕਮਾਈ ਵਾਲੇ ਮਹਾਂਪੁਰਸ਼ਾਂ ਦੀ ਆਪ ਸੰਗਤ ਕਰਕੇ ਉਹ ਆਪ ਵੀ ਕਮਾਈ ਵਾਲੇ ਬਣ ਗਏ। ਇਹਨੂੰ ਧਰਮ ਸ਼ਾਸਤਰਾਂ ਨੇ ਇੱਕ ਬਚਨ ਲਿਖਿਆ, ਪਾਰਸ ਮੈਂ ਅਰ ਸੰਤ ਮੈਂ ਵਡੋ ਅੰਤਰੋ ਜਾਨ, ਵਹਿ ਪਾਰਸ ਸੋਨਾ ਕਰੈ ਜਹ ਕਰੈ ਆਪ ਸਮਾਨ। ਕਹਿੰਦੇ ਮਹਾਂਪੁਰਸ਼ ਸੰਤ ਕੇ ਸੰਗ ਤੇ ਸਾਧ ਹੀ ਹੋਈ। ਕੋਈ ਕਮਾਈ ਵਾਲੇ ਗੁਰਮੁਖ ਮਹਾਂਪੁਰਸ਼ ਦੀ ਸੰਗਤ ਕਰਦਿਆਂ ਕਰਦਿਆਂ ਉਹ ਆਪ ਵੀ ਐਸੀ ਕਮਾਈ ਵਾਲਾ ਮਹਾਂਪੁਰਸ਼ ਬਣ ਜਾਂਦਾ। ਸਤਿਗੁਰੂ ਮਹਾਰਾਜ ਜੀ ਦੀ ਸੰਗਤ ਬਾਬਾ ਗੁਲਾਬ ਸਿੰਘ ਜੀ ਨੇ ਕੀਤੀ, ਗੁਰੂ ਕੀ ਬਾਣੀ ਦੀ ਸੰਗਤ ਕੀਤੀ, ਤੇ ਬੇਅੰਤ ਪ੍ਰਾਣੀਆਂ ਨੂੰ ਉਹਨਾਂ ਨੇ ਗੁਰਬਾਣੀ ਦੇ ਨਾਲ ਜੋੜਿਆ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਸੰਗਤ ਕੀਤੀ, ਮਨ ਨੂੰ ਨੀਵਾਂ ਕਰਕੇ ਉਹ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚੋਂ ਲਾਭ ਪ੍ਰਾਪਤ ਕਰ ਗਏ। ਜਿਹੜੇ ਕੋਈ ਵਾਸ ਦੀ ਨਿਆਈ ਔਗਣਾ ਵਾਲੇ ਰਹੇ, ਉਹ ਕਦੇ ਸੰਗਤ ਦੇ ਵਿੱਚੋਂ ਲਾਭ ਨਹੀਂ ਪ੍ਰਾਪਤ ਕਰ ਸਕਦੇ ਤੇ ਨਾ ਉਹ ਕੋਈ ਕਰ ਹੀ ਸਕਦੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਹਜੂਰ ਨੇ ਸਾਨੂੰ ਪਾਵਨ ਗੁਰਬਾਣੀ ਦੇ ਅੰਦਰ ਸੰਗਤ ਕਰਨ ਦੇ ਨਾਲ ਨਾਲ ਇਹ ਸਾਧਨ ਵੀ ਦੱਸੇ ਨੇ ਤੇ ਨਾਲ ਸਾਨੂੰ ਜੁਗਤੀਆਂ ਵੀ ਦਸੀਆਂ ਨੇ, ਕਿਉਂਕਿ ਸੰਗਤ ਤੋਂ ਬਿਨਾਂ ਰਹਿਣੀ ਬਹਿਣੀ ਕਹਿਣੀ ਸਹਿਣੀ ਇਹ ਮਨੁੱਖ ਸਿੱਖ ਨਹੀਂ ਸਕਦਾ। ਜਿਹੜੀ ਸਤ ਸੰਗਤ ਹੈ ਇਹਨੂੰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇੱਕ ਸਕੂਲ ਵੀ ਕਿਹਾ ਹੈ, ਪਾਠਸ਼ਾਲਾ ਕਿਹਾ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਸਤ ਸੰਗਤ ਸਤਿਗੁਰ ਟਕਸਾਲ ਹੈ, ਜਿਤ ਹਰ ਗੁਣ ਸਿੱਖਾ। ਜਿਵੇਂ ਬੱਚੇ ਸਕੂਲ ਦੇ ਅੰਦਰ ਵਿਦਿਆ ਸਿੱਖਦੇ ਐ, ਇਹ ਸਾਧ ਸੰਗਤ ਦੇ ਵਿੱਚ ਬੈਠ ਕੇ ਗੁਰਮੁਖ ਚੰਗੇ ਗੁਣ ਸਿੱਖਦੇ ਐ। ਚੰਗੇ ਜਿਹੜੇ ਅਸੂਲ ਨੇ, ਚੰਗੇ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ, ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਲੇ ਐਸੇ ਜਿਹੜੇ ਚੰਗੇ ਗੁਣ ਹਨ, ਰਹਿਣੀ ਬਹਿਣੀ ਕਹਿਣੀ ਸਹਿਣੀ, ਇਹ ਸੰਗਤ ਦੇ ਵਿੱਚੋਂ ਹੀ ਪ੍ਰਾਪਤ ਹੁੰਦੇ। ਸੰਗਤ ਦੇ ਵਿੱਚ ਆ ਕੇ ਲਾਭ ਕੌਣ ਲੈ ਸਕਦਾ? ਜਿਹੜਾ ਮਨੁੱਖ ਭਾਵਨਾ ਸਰਧਾ ਦੇ ਨਾਲ ਸੰਗਤ ਦੇ ਵਿੱਚ ਬੈਠ ਕੇ ਸਰਵਣ ਕਰਦਾ ਹੈ। ਜੇ ਕੋਈ ਮਨੁੱਖ ਸੰਗਤ ਦੇ ਵਿੱਚ ਆ ਕੇ ਬੈਠ ਕੇ ਗੱਲਾਂ ਕਰਕੇ ਤੁਰ ਜਾਏ, ਉਹ ਵੀ ਸੰਗਤ ਦੇ ਵਿੱਚੋਂ ਲਾਭ ਨਹੀਂ ਲੈ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਕਹਿ ਕੇ ਦਾਸ ਸਮਾਪਤੀ ਕਰੇਗਾ। ਸੰਗਤ ਦੇ ਵਿੱਚ ਆ ਕੇ ਅਸੀਂ ਕਰਨਾ ਕੀ ਹੈ?
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇਹ ਅੰਮ੍ਰਿਤ ਬੋਲ ਹੈ। ਆਪਾਂ ਸਾਰੇ ਗੁਰਸਿੱਖ ਪੜ੍ਹਦੇ ਹਾਂ ਤੇ ਹਜ਼ੂਰ ਦਾ ਇਹ ਪਾਵਨ ਬਾਣੀ ਦਾ ਵਚਨ ਹੈ, ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਦੇ ਵਿੱਚ ਆ ਕੇ ਪਰਮੇਸ਼ਰ ਵਾਹਿਗੁਰੂ ਜੀ ਦਾ ਭਜਨ ਕਰਨਾ, ਗੁਰੂ ਕਾ ਉਪਦੇਸ਼ ਸੁਣਨਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਥਾਂ ਤੇ ਇਹ ਵੀ ਬਚਨ ਕੀਤੇ ਨੇ, ਕਹਿੰਦੇ ਉਹ ਮਨੁੱਖ ਬਹੁਤ ਹੀ ਨਿਰਭਾਗੇ ਨੇ ਜਿਹੜੇ ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦਾ ਉਪਦੇਸ਼ ਸੁਣ ਕੇ ਕਦੇ ਕਮਾਉਂਦੇ ਨਹੀਂ ਹਨ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਵੀ ਬਚਨ ਕੀਤੇ ਕਿ ਜਿਹੜੇ ਸੰਗਤ ਦੇ ਵਿੱਚ ਬਿਲਕੁਲ ਚੱਲ ਕੇ ਨਹੀਂ ਆਉਂਦੇ, ਉਹਨਾਂ ਨੂੰ ਸਤਿਗੁਰੂ ਜੀ ਨੇ ਤਿਰਕਾਰਾਂ ਪਾਈਆਂ ਨੇ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਦੀ ਵਾਸ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਮਹਾਂਪੁਰਸ਼ਾਂ ਨੇ ਆਪ ਗੁਰੂ ਦੀ ਸੰਗਤ, ਕਮਾਈ ਵਾਲੇ ਮਹਾਤਮਾ ਦੀ ਸੰਗਤ ਕਰਕੇ ਆਪਣਾ ਜੀਵਨ ਬਣਾ ਕੇ ਉਹ ਸੰਸਾਰ ਸਮੁੰਦਰ ਤੋਂ ਤਰ ਗਏ। ਆਪਾਂ ਵੀ ਸੰਗਤ ਦੀ ਗੁਰੂ ਦੀ ਅਤੇ ਐਸੇ ਚੰਗੇ ਗੁਰਮੁਖਾਂ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਚੰਗਾ ਬਣਾ ਕੇ ਸੰਸਾਰ ਸਮੁੰਦਰ ਨੂੰ ਤਰ ਸਕਦੇ ਹਾਂ, ਪਰਮੇਸ਼ਰ ਵਿੱਚ ਭੇਦ ਹੋ ਸਕਦੇ ਹਾਂ। ਦਾਸ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਨੂੰ ਖਿਮਾ ਕਰਨਾ, ਕਿਉਂਕਿ ਇਸੇ ਸਥਾਨ ਦੇ ਉੱਪਰ ਹੀ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਲਾਖੀ ਗੁਰਮੁਖ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਜ਼ਰੂਰ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ, ਸਾਨੂੰ ਨਸ਼ਿਆਂ ਤੇ ਵਿਸ਼ਿਆਂ ਦਾ ਤਿਆਗ ਕਰਨਾ ਚਾਹੀਦਾ। ਜਿਹੜੇ ਨੌਜਵਾਨ ਬੱਚੇ ਨਸ਼ਿਆਂ ਦੇ ਵਿੱਚ ਗਰਕ ਹੋ ਗਏ, ਆਪਣੀ ਜ਼ਿੰਦਗੀ ਤਬਾਹ ਕਰ ਰਹੇ ਆ। ਇਸ ਕਰਕੇ ਸਤਿਗੁਰੂ ਜੀ ਨੇ ਬਹੁਤ ਉੱਤਮ ਮਾਰਗ, ਉੱਤਮ ਪੰਥ ਰਸਤਾ ਸਾਨੂੰ ਦਰਸਾਇਆ। ਅਸੀਂ ਗੁਰੂ ਵਾਲੇ ਬਣ ਕੇ ਨਾਲੇ ਗੁਰੂ ਦੀਆਂ ਖੁਸ਼ੀਆਂ, ਨਾਲੇ ਆਪਣਾ ਚੰਗਾ ਸੁਖਮਈ ਜੀਵਨ ਬਤੀਤ ਕਰ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ। ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਈਆਂ ਹੋਈਆਂ ਆਪਣੀਆਂ ਤਾਂ ਹੀ ਸਫਲੀਆਂ ਨੇ। ਜੇ ਪਿਆਰਿਓ ਆਪਾਂ ਵੀ ਆਪਣਾ ਚੰਗਾ ਸੋਹਣਾ ਜੀਵਨ ਬਣਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੈ ਆਪ ਨਗਰ ਦੇ ਉੱਪਰ, ਕਿਉਂਕਿ ਆਪ ਜੀ ਨੂੰ ਗੁਰੂ ਕੀ ਨਰੋਲ ਬਾਣੀ ਦੀ ਕਥਾ ਸੁਣਨ ਦਾ ਸਮਾਂ ਪ੍ਰਾਪਤ ਹੁੰਦਾ। ਬਹੁਤ ਬਿਰਲੇ ਸਥਾਨ ਨੇ ਸੰਗਤ ਜੀ, ਇਹ ਕੋਈ ਵਡਿਆਈ ਵਾਲੀ ਗੱਲ ਨਹੀਂ। ਸਤਿਕਾਰਯੋਗ ਗਿਆਨੀ ਦਲੇਰ ਸਿੰਘ ਜੀ, ਮੈਂ ਸਮਝਣਾ ਟਕਸਾਲ ਦੇ ਉਹ ਮਹਾਨ ਇੱਕ ਹੀਰੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਗੁਰੂ ਕੀ ਗੁਰਬਾਣੀ ਦੇ ਉੱਪਰ ਸ਼ਰਧਾ ਭਾਵਨਾ ਰੱਖ ਕੇ, ਵਿਸ਼ਵਾਸ ਰੱਖ ਕੇ, ਭਾਵਨਾ ਦੇ ਸਹਿਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਨਰੋਲ ਗੁਰੂ ਕੀ ਬਾਣੀ ਦੀ ਕਥਾ ਕਰਨੀ, ਇਹ ਬਹੁਤ ਵਿਰਲਿਆਂ ਦੇ ਹਿੱਸੇ ਦੇ ਵਿੱਚ ਆਉਂਦੀ ਹੈ। ਸੋ ਆਪ ਜੀ ਬਹੁਤ ਵਡਭਾਗੀ ਹੋ ਪਿਆਰਿਓ। ਨਗਰ ਨਿਵਾਸੀ ਗੁਰਸਿੱਖੋ, ਜ਼ਰੂਰ ਗੁਰੂ ਕੀ ਬਾਣੀ ਦੀ, ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੀ ਕਥਾ, ਗੁਰੂ ਕੀ ਬਾਣੀ ਦੀ ਕਥਾ, ਗੁਰੂ ਇਤਿਹਾਸ ਦੀ ਕਥਾ ਸੁਣ ਕੇ ਜ਼ਰੂਰ ਗੁਰੂ ਦਾ ਆਪਾਂ ਇਹ ਮਹਾਨ ਲਾਹਾ ਮਨੁੱਖਾ ਜਨਮ ਦਾ ਪ੍ਰਾਪਤ ਕਰੀਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ, ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ